ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਚੰਦਰਯਾਨ 3 ਦੀ ਜਿਹੜੀ ਕਾਮਯਾਬੀ ਆ ਉਸ ਨੇ ਪੂਰੀ ਦੁਨੀਆ ਨੂੰ ਉਤਸ਼ਾਹਿਤ ਕੀਤਾ ਔਰ ਖਾਸ ਤੌਰ ਤੇ ਭਾਰਤੀਆਂ ਨੂੰ। ਉਹ ਬਹੁਤ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਆ, ਗੌਰਵ ਮਹਿਸੂਸ ਕਰ ਰਹੇ ਆ। ਬਲਕਿ ਇਸ ਤੋਂ ਉਤਸ਼ਾਹਿਤ ਹੋ ਕੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਨੂੰ ਅਸੀਂ ਇਸਰੋ ਵੀ ਕਹਿੰਦੇ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੁਲਾਂਘਾਂ ਪੱਟਣ ਦੀ ਕੋਸ਼ਿਸ਼ ਕਰੇਗੀ ਜਾਂ ਹੋਰ ਇਸ ਤੋਂ ਵੱਡੀਆਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰੇਗੀ। ਪਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਇਸ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਆ ਔਰ ਇਹ ਜਿਹੜੀ ਸਿਆਸਤ ਆ ਇਹ ਪੰਜਾਬ ਤੋਂ ਹੀ ਸ਼ੁਰੂ ਹੋਈ ਆ। ਭਾਰਤੀ ਜਨਤਾ ਪਾਰਟੀ ਦੇ ਨਵੇਂ ਪ੍ਰਧਾਨ ਬਣੇ ਸੁਨੀਲ ਜਾਖੜ, ਜਿਨ੍ਹਾਂ ਨੂੰ ਹਜੇ 2 ਮਹੀਨੇ ਵੀ ਨਹੀਂ ਹੋਏ, ਉਹਨਾਂ ਨੇ ਕੱਲ੍ਹ ਇੱਕ ਟਵੀਟ ਕੀਤਾ। ਕਹਿੰਦੇ ਚੰਦਰਯਾਨ 3 ਦੀ ਟੋਟਲ ਕਾਸਟ ਆ ਬਣਨ ਦੀ ਉਹ 615 ਕਰੋੜ ਰੁਪਈਆ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ 1000 ਤੋਂ ਵੀ ਵੱਧ ਕਰੋੜ ਆਪਣੀ ਪਬਲਿਸਿਟੀ, ਆਪਣੀ ਮਸ਼ਹੂਰੀ 'ਤੇ ਹੀ ਖਰਚਤਾ। ਤੇ ਨਾਲ ਹੀ ਇਸ ਟਵੀਟ ਦੇ ਵਿੱਚ ਕਹਿੰਦੇ ਆ ਕਿ ਚੀਜ਼ਾਂ ਨੂੰ ਸਹੀ ਸੰਦਰਭ ਦੇ ਵਿੱਚ ਦੇਖਣ ਦੀ ਲੋੜ ਆ, ਤੇ ਹੁਣ ਅਸੀਂ ਇਹ ਸਾਰੀ ਚੀਜ਼ ਨੂੰ ਸਹੀ ਸੰਦਰਭ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗੇ। ਤੇ ਜਦੋਂ ਅਸੀਂ ਚੰਦਰਯਾਨ 3 ਦੀ ਗੱਲ ਕਰ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਚੱਲਾਂਗੇ ਰਾਂਚੀ, ਝਾਰਖੰਡ, ਜਿੱਥੇ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਆ। ਉਹ ਕਾਰਪੋਰੇਸ਼ਨ ਜਿਹਨੇ ਇਹ ਲਾਂਚਿੰਗ ਪੈਡ ਬਣਾਇਆ ਸੀ, ਜਿਸ ਕਰਕੇ ਇਹ ਚੰਦਰਯਾਨ 3 ਸਪੇਸ ਦੇ ਵਿੱਚ ਗਿਆ। ਇੱਥੋਂ ਦੇ ਇੰਪਲੋਇਜ਼ ਨੇ, ਇੱਥੋਂ ਦੇ ਕਰਮਚਾਰੀਆਂ ਨੇ, ਅਧਿਕਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਉਹ ਸਾਰਾ ਲਾਂਚਿੰਗ ਪੈਡ ਬਣਾਇਆ। ਪਰ ਕੀ ਤੁਹਾਨੂੰ ਪਤਾ ਕਿ ਉਹ ਅੱਜ ਵੀ ਆਪਣੀ ਸੈਲਰੀਜ਼ ਦੀ, ਆਪਣੀਆਂ ਤਨਖਾਹਾਂ ਦੀ ਉਡੀਕ 'ਚ ਨੇ? ਬਲਕਿ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਇਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਫੇਕ ਨਿਊਜ਼, ਝੂਠੀਆਂ ਖਬਰਾਂ ਕੁਛ ਜਿਹੜੇ ਅਦਾਰੇ ਫੈਲਾਉਂਦੇ ਨੇ, ਪਹਿਲਾਂ ਤਾਂ ਉਹ ਫੈਲਾ ਦਿੰਦੇ ਨੇ ਲੇਕਿਨ ਬਾਅਦ ਦੇ ਵਿੱਚ ਉਸ 'ਤੇ ਉਹ ਮਾਫੀ ਤੱਕ ਨਹੀਂ ਮੰਗਦੇ। ਤੇ ਜੇ ਉਹਨਾਂ ਦੇ ਕੋਈ ਖਿਲਾਫ ਐਕਸ਼ਨ ਲੈ ਲੇ ਕੋਈ ਪੁਲਿਸ ਕਰਮਚਾਰੀ, ਉਸ ਦੀ ਬਦਲੀ ਤੱਕ ਕਰਵਾ ਦਿੰਦੇ ਨੇ। ਤੇ ਅਖੀਰ ਤੇ ਗੱਲ ਕਰਾਂਗੇ ਭੁਪੇਸ਼ ਬਘੇਲ ਦੀ। ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਔਰ ਛੱਤੀਸਗੜ੍ਹ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ। ਪਰ ਬੀਤੇ ਕੱਲ੍ਹ ਯਾਨੀ ਕਿ ਬੀਤੇ ਵੀਰਵਾਰ ਨੂੰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਕੰਮ ਕਿਸ ਤਰ੍ਹਾਂ ਕਰਦੀ ਆ, ਕਿਸ ਖੌਫ ਦੇ ਨਾਲ ਲੋਕਾਂ ਨੂੰ ਡਰਾਉਂਦੀ ਆ, ਕਿਸ ਤਰ੍ਹਾਂ ਇੱਕ ਤਰ੍ਹਾਂ ਦਾ ਟੈਰਰ ਕ੍ਰੀਏਟ ਕਰਦੀ ਆ, ਉਸ 'ਤੇ ਉਹਨਾਂ ਨੇ ਖੁਲਾਸੇ ਕੀਤੇ। ਮੈਂ ਉਹ ਸਾਰੇ ਖੁਲਾਸੇ ਤੁਹਾਡੇ ਨਾਲ ਸਾਂਝੇ ਕਰੂੰਗਾ। ਭਾਰਤੀ ਜਨਤਾ ਪਾਰਟੀ ਪੰਜਾਬ ਯੂਨਿਟ ਦੇ ਨਵੇਂ ਪ੍ਰਧਾਨ ਬਣੇ ਨੇ ਸੁਨੀਲ ਜਾਖੜ। ਕੱਲ੍ਹ ਇਹਨਾਂ ਨੇ ਸ਼ਾਮ ਨੂੰ 4:20 ਤੇ ਇੱਕ ਟਵੀਟ ਕੀਤਾ 24 ਅਗਸਤ ਨੂੰ, ਜਿਹਦੇ ਵਿੱਚ ਇਹਨਾਂ ਨੇ ਕਿਹਾ, ਅੰਗਰੇਜ਼ੀ 'ਚ ਇਹਨਾਂ ਨੇ ਲਿਖਿਆ ਸੀ ਪੁਟਿੰਗ ਥਿੰਗਸ ਇਨ ਦਾ ਰਾਈਟ ਪਰਸਪੈਕਟਿਵ। ਕਹਿਣ ਦਾ ਭਾਵ ਇਹ ਸੀ ਕਿ ਚੀਜ਼ਾਂ ਨੂੰ ਸਹੀ ਸੰਦਰਭ ਦੇ ਵਿੱਚ ਦੇਖੋ। ਔਰ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਕਹਿੰਦੇ ਚੰਦਰਯਾਨ 3 ਦੀ ਜਿਹੜੀ ਕਾਸਟ ਆ ਜਾਂ ਇਹਦਾ ਜਿਹੜਾ ਪੂਰਾ ਪੈਸਾ ਲੱਗਾ ਇਸ ਨੂੰ ਬਣਾਉਣ 'ਤੇ, ਸਾਰੇ ਮਿਸ਼ਨ ਨੂੰ, ਉਹ 615 ਕਰੋੜ ਆ। ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਹ ਤਾਂ 1000 ਕਰੋੜ ਰੁਪਇਆ ਆਪਣੀਆਂ ਮਸ਼ਹੂਰੀਆਂ 'ਤੇ ਹੀ ਖਰਚੀ ਜਾਂਦੇ ਨੇ। ਇਸ ਕਰਕੇ ਕਹਿੰਦੇ ਇਹਨਾਂ ਨੂੰ ਚਾਹੀਦਾ ਕਿ ਹੁਣ ਪ੍ਰਸ਼ਾਸਨ ਵੱਲ ਧਿਆਨ ਦੇਣ, ਐਡਮਿਨਿਸਟ੍ਰੇਸ਼ਨ ਵੱਲ ਧਿਆਨ ਦੇਣ, ਆਪਣੇ 'ਤੇ ਬਾਹਲਾ ਖਰਚ ਨਾ ਕਰਨ। ਵੈਸੇ ਜਦੋਂ ਤੁਸੀਂ ਕਹਿੰਦੇ ਹੋ, ਮੈਂ ਸੁਨੀਲ ਜਾਖੜ ਦੀ ਗੱਲ ਕਰ ਰਿਹਾ ਕਿ ਇਹ ਕਹਿੰਦੇ ਸਹੀ ਸੰਦਰਭ ਦੇ ਵਿੱਚ ਚੀਜ਼ਾਂ ਨੂੰ ਦੇਖਣਾ ਚਾਹੀਦਾ, ਤਾਂ ਫਿਰ ਭਾਰਤੀ ਜਨਤਾ ਪਾਰਟੀ ਵੱਲ ਵੀ ਦੇਖੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਸਰਕਾਰ ਨੇ ਪਿਛਲੇ ਲਗਭਗ 9-10 ਸਾਲਾਂ ਦੇ ਵਿੱਚ ਕਿੰਨਾ ਪੈਸਾ ਖਰਚਿਆ, ਆਪਾਂ ਉਸ ਦੀ ਵੀ ਗੱਲ ਕਰ ਲਈਏ। ਆਮ ਆਦਮੀ ਪਾਰਟੀ ਦੀ ਤਾਂ ਅਸੀਂ ਗੱਲ ਕਰਾਂਗੇ ਹੀ ਕਰਾਂਗੇ। ਤੁਸੀਂ ਦੇਖੋ ਇਸੇ ਰਾਜ ਸਭਾ ਦੇ ਸੈਸ਼ਨ ਦੇ ਵਿੱਚ, ਜਿਹੜਾ ਮੌਨਸੂਨ ਦਾ ਸੈਸ਼ਨ ਹੁਣੇ ਹੋ ਕੇ ਹਟਿਆ, ਇਸ ਦੌਰਾਨ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਉਹਨਾਂ ਨੇ ਆਪਣੇ ਅੰਕੜੇ ਪੇਸ਼ ਕੀਤੇ ਸੀ ਰਾਜ ਸਭਾ ਦੇ ਵਿੱਚ, ਤੇ ਕਿਹਾ ਸੀ ਕਿ ਸੰਨ 2018-19 ਤੋਂ ਲੈ ਕੇ ਤੇ ਸੰਨ 2022-23 ਤੱਕ ਇਸ ਸਰਕਾਰ ਨੇ, ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਜਾਂ ਨਰਿੰਦਰ ਮੋਦੀ ਦੀ ਸਰਕਾਰ ਨੇ 3064 ਕਰੋੜ ਤੇ 42 ਲੱਖ ਰੁਪਈਆ ਮਸ਼ਹੂਰੀਆਂ 'ਤੇ ਖਰਚਿਆ। ਔਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦਾ ਬ੍ਰੇਕਅਪ ਵੀ ਦੇ ਦਿੰਦਾ। ਇਹ ਜਿਹੜੇ ਅਸੀਂ ਅਖਬਾਰ ਪੜ੍ਹਦੇ ਹਾਂ ਔਰ ਕਈ ਵਾਰੀ ਸਾਨੂੰ ਲੱਗਦਾ ਕਿ ਅਖਬਾਰ ਜਰਨਲਿਜ਼ਮ ਜਾਂ ਪੱਤਰਕਾਰੀ ਵਧੀਆ ਨਹੀਂ ਕਰ ਰਹੇ, ਇਹਨਾਂ ਨੂੰ ਮਸ਼ਹੂਰੀਆਂ ਬਹੁਤ ਜਾਂਦੀਆਂ। ਹੁਣ ਤੁਸੀਂ ਦੇਖੋ ਜਿਹੜਾ ਪ੍ਰਿੰਟ ਆ, ਪ੍ਰਿੰਟ ਮੀਡੀਆ ਨੂੰ ਇਸ ਦੌਰਾਨ 1338 ਕਰੋੜ ਤੇ 56 ਲੱਖ ਦੀਆਂ ਮਸ਼ਹੂਰੀਆਂ ਗਈਆਂ ਜਾਂ ਇਹਨਾਂ ਨੂੰ ਐਡਵਰਟੀਜ਼ਮੈਂਟਸ ਦਿੱਤੀ। ਇਸ ਤੋਂ ਇਲਾਵਾ ਜਿਹੜਾ ਇਲੈਕਟ੍ਰੋਨਿਕ ਮੀਡੀਆ, ਜਿਹਨੂੰ ਅਸੀਂ ਨਿਊਜ਼ ਚੈਨਲ ਕਹਿੰਦੇ ਹਾਂ, TV ਚੈਨਲਸ,
ਇਹਨਾਂ ਨੂੰ 1273 ਕਰੋੜ ਤੇ 6 ਲੱਖ रुपए ਇਹਨਾਂ ਨੂੰ ਮਸ਼ਹੂਰੀਆਂ ਗਈਆਂ। और इस तरह जी आउटडोर पब्लिसिटी है, वो जो बिलबोर्ड्स लगे होंगे, वड्डियां वड्डियां होर्डिंग्स लगियां होंदियां सड़कों के आसे पासे, उस ते भी नरेंद्र मोदी की सरकार ने 452 करोड़ ते 80 लाख रुपया खर्चा। हुण तुसी आप ये अंदाज़ा ला सकते हो कि ये सरकारां या भारतीय जनता पार्टी की सरकार, मैं एक गल खास तौर पर सुनील जाखड़ की जानकारी लिए दस रहा ताकि उन्होंने अपनी सरकार बारे या अपनी पार्टी की सरकार बारे भी पता लगे। सन 2019 ते 20 के दरम्यान 713.20 करोड़ रुपया भारतीय जनता पार्टी ने खर्चा। आप सन 2018 तो पहला भी देखते हैं क्योंकि ये सारे आंकड़े सन 2018 तो बाद दे आ। सन 2018 तो पहला ब्यूरो ऑफ आउटरीच एंड कम्युनिकेशनस, इनू BOC भी कह देंगे आ, इस तो RTI के अधीन राइट टू इनफॉर्मेशन एक्ट के अधीन इनफॉर्मेशन मंगी गई तो पता यह लगा कि जी भारतीय जनता पार्टी की केंद्र सरकार आ, इन्हें जून सन 2014 तो, ये ध्यान रखो कि मई च ये सरकार आई सी, जून सन 2014 तो लैके सन 2018 तक 4300 करोड़ 4300 करोड़ ਦੀ ਪਬਲਿਸਿਟੀ ਉੱਤੇ ਇਹਨੇ ਖਰਚੇ, ਉਸ ਉਹਨੇ ਦੀਆਂ ਇਹਨਾਂ ਨੇ ਮਸ਼ਹੂਰੀਆਂ ਦਿੱਤੀਆਂ ਜਾਂ ਐਡਵਰਟਾਈਜ਼ਮੈਂਟਸ ਦਿੱਤੀਆਂ। ਸੋ ਤੁਸੀਂ ਆਪ ਅੰਦਾਜ਼ਾ ਲਾਓ ਕਿ ਜਦੋਂ ਸੁਨੀਲ ਜਾਖੜ ਇਹ ਕਹਿੰਦੇ ਆ ਕਿ ਚੀਜ਼ਾਂ ਨੂੰ ਸਹੀ ਪਰਸਪੈਕਟਿਵ 'ਚ ਦੇਖੋ ਤੇ ਫਿਰ ਸਹੀ ਸੰਦਰਭ 'ਚ ਦੇਖਣਾ ਤੁਸੀਂ ਵੀ ਸਿੱਖੋ। ਵੈਸੇ ਉਹਨਾਂ ਦੀ ਗੱਲ ਤਾਂ ਮੈਂ ਇੱਕ ਜ਼ਰੂਰ ਕਹੂੰਗਾ, ਤੁਸੀਂ ਯਾਦ ਕਰੋ ਅਰਵਿੰਦ ਕੇਜਰੀਵਾਲ ਨੂੰ ਕਿਸ ਤਰ੍ਹਾਂ ਸੁਪਰੀਮ ਕੋਰਟ ਨੇ ਝਾੜ ਪਾਈ ਸੀ ਜਦੋਂ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਆ, ਜਿਹੜਾ ਰੇਲ ਸਿਸਟਮ ਆਸੇ ਪਾਸੇ ਜਿੰਨਾ NCR ਰੀਜਨ ਦੇ ਵਿੱਚ ਨੈਸ਼ਨਲ ਕੈਪੀਟਲ ਰੀਜਨ ਦੇ ਵਿੱਚ ਬਣਨਾ ਦਿੱਲੀ ਦੇ ਆਸ-ਪਾਸ, ਉਹਦੇ ਲਈ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਆ। ਤੇ ਫਿਰ ਕੋਰਟ ਨੇ, ਸੁਪਰੀਮ ਕੋਰਟ ਨੇ ਇਹਨਾਂ ਨੂੰ ਪੁੱਛਿਆ ਸੀ ਕਿ ਆਪਣੇ 3 ਸਾਲ ਦੇ ਆંકੜੇ ਲੈ ਕੇ ਆਓ, ਤੁਸੀਂ ਮਸ਼ਹੂਰੀਆਂ ਤੇ ਕਿੰਨਾ ਪੈਸਾ ਖਰਚਿਆ। ਉੱਥੇ ਜਾ ਕੇ ਫਿਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਸੀ 1100 ਕਰੋੜ ਰੁਪਇਆ ਇਹਨਾਂ ਨੇ ਖਰਚਿਆ ਹੋਇਆ ਸੀ। ਤੇ ਫਿਰ ਕੋਰਟ ਨੇ ਕਿਹਾ ਸੀ ਕਿ ਜੇ ਇੰਨਾ ਪੈਸਾ ਤੁਸੀਂ ਮਸ਼ਹੂਰੀਆਂ ਤੇ ਖਰਚੀ ਜਾਂਦੇ ਹੋ ਤੇ ਘੱਟੋ ਘੱਟ 400 ਕਰੋੜ ਤੁਸੀਂ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਲਈ ਨਹੀਂ ਦੇ ਸਕਦੇ। ਜਿਹੜਾ ਸਿਸਟਮ ਲੋਕਾਂ ਨੇ ਵਰਤਣਾ, ਜਿਹੜਾ ਸਿਸਟਮ ਪਬਲਿਕ ਨੇ ਵਰਤਣਾ, ਜਿਸ ਸਿਸਟਮ ਨਾਲ ਲੋਕਾਂ ਦਾ ਫਾਇਦਾ ਹੋਣਾ, ਉਹਦੇ ਲਈ ਤੁਸੀਂ ਪੈਸਾ ਨਹੀਂ ਦੇ ਰਹੇ ਤੇ ਆਪਣੇ ਤੇ ਸਾਰਾ ਪੈਸਾ ਲਾਈ ਜਾਂਦੇ ਹੋ। ਹੁਣ ਅਸੀਂ ਗੱਲ ਕਰਾਂਗੇ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਦੀ। ਇੱਕ ਵੱਡੀ ਇੰਡਸਟਰੀ ਹੈ ਇਹ ਇੰਜੀਨੀਅਰਿੰਗ ਕਾਰਪੋਰੇਸ਼ਨ ਆ, ਔਰ ਇਹ ਰਾਂਚੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਝਾਰਖੰਡ ਦੇ ਵਿੱਚ ਆ। ਇਸ ਨੇ ਹੀ ਜਿਹੜਾ ਲਾਂਚਿੰਗ ਪੈਡ ਆ ਚੰਦਰਯਾਨ 3, ਜਿਹਨੂੰ 14 ਜੁਲਾਈ ਨੂੰ ਸਪੇਸ ਦੇ ਵਿੱਚ ਪੁਲਾੜ ਦੇ ਵਿੱਚ ਛੱਡਿਆ ਗਿਆ, ਉਹ ਸਾਰਾ ਕੁਝ ਇਸੇ ਕਾਰਪੋਰੇਸ਼ਨ ਨੇ ਬਣਾਇਆ ਸੀ। ਔਰ ਇਸ ਕਾਰਪੋਰੇਸ਼ਨ ਨੇ ਇਕੱਲਾ ਇਹ ਨਹੀਂ ਸੀ ਬਣਾਇਆ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬੜੇ ਕੰਪਲੈਕਸ ਤੇ ਕਰੂਸ਼ਲ ਬਹੁਤ ਇਸ ਤਰ੍ਹਾਂ ਦੇ ਬਹੁਤ ਜ਼ਰੂਰੀ ਇਕੁਇਪਮੈਂਟ ਸੀ ਇਹਦੇ ਨਾਲ ਜੁੜੇ ਹੋਏ, ਹੈਵੀ ਇਕੁਇਪਮੈਂਟਸ, ਬਹੁਤ ਵੱਡੀ ਮਸ਼ੀਨਰੀ, ਉਹ ਵੀ ਇਹਨਾਂ ਨੇ ਤਿਆਰ ਕੀਤੀ ਸੀ। ਔਰ ਤੁਹਾਨੂੰ ਮੈਂ ਇਹ ਵੀ ਦੱਸਦਾ, ਇਸ ਸਾਰੀ ਲਾਂਚਿੰਗ ਦੀ ਜਿਹੜੀ ਇੰਜੀਨੀਅਰਿੰਗ ਇਕੁਇਪਮੈਂਟ ਸੀ, ਜੋ ਕੁਝ ਵੀ ਇਹਦੇ ਲਈ ਤਿਆਰ ਕਰਨਾ ਸੀ, ਉਹ ਦਸੰਬਰ ਸਨ 2022 ਤੱਕ ਤਿਆਰ ਕਰ ਲਿਆ ਗਿਆ ਸੀ। ਪਰ ਇਹਨਾਂ ਦੀ ਗੱਲ ਆਪਾਂ ਕਰ ਕਿਉਂ ਰਹੇ ਹਾਂ? ਕਰ ਇਸ ਲਈ ਰਹੇ ਹਾਂ ਕਿਉਂਕਿ ਇਸ ਕਾਰਪੋਰੇਸ਼ਨ ਦੇ ਵਿੱਚ 2700 ਇੰਪਲੋਇਜ਼ ਨੇ, 450 ਇਹਨਾਂ ਦੇ ਐਗਜ਼ੈਕਟਿਵਸ ਨੇ ਜਿਹੜੇ ਕਿ ਅਧਿਕਾਰੀ ਹੁੰਦੇ ਆ, ਸੀਨੀਅਰ ਹੁੰਦੇ ਆ, ਔਰ ਟੋਟਲ ਜਿਹੜੇ ਬਾਕੀ ਆ 2700 ਉਹ ਇਹਨਾਂ ਦੇ ਕਰਮਚਾਰੀ ਆ। ਟੋਟਲ 2700 ਦਾ ਇਹ ਸਟਾਫ ਆ। ਇਹਨਾਂ ਨੇ ਪਹਿਲਾਂ ਮਈ ਦੇ ਮਹੀਨੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ 14 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਤੇ ਉਸ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਵੀ ਰਿਪੋਰਟਸ ਆਈਆਂ ਕਿ ਸਾਨੂੰ ਹੁਣ 17 ਮਹੀਨੇ ਹੋ ਗਏ ਆ, ਸਾਨੂੰ ਤਨਖਾਹ ਨਹੀਂ ਮਿਲੀ, ਅਸੀਂ ਆਪਣੇ ਘਰ ਕਿਸ ਤਰ੍ਹਾਂ ਚਲਾਉਣੇ ਆ। ਇਹ ਜ਼ਰੂਰ ਆ ਕਿ ਸਾਡੀ ਡੈਡੀਕੇਸ਼ਨ ਆ, ਅਸੀਂ ਪੂਰੀ ਤਰ੍ਹਾਂ ਸਮਰਪਿਤ ਆ, ਪਰ ਨਾਲ ਦੀ ਨਾਲ ਸਾਡੇ ਪਰਿਵਾਰ ਵੀ ਨੇ, ਅਸੀਂ ਉਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ। ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਵੀ ਵਿਅਕਤੀ ਨੂੰ ਜਦੋਂ 1.5 ਸਾਲ ਤੱਕ ਤਨਖਾਹ ਨਾ ਮਿਲੇ ਤੇ ਉਹ ਆਪਣਾ ਘਰ ਕਿਸ ਤਰ੍ਹਾਂ ਚਲਾਊਗਾ। ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹਨਾਂ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ 1500 ਕਰੋੜ ਰੁਪਈਆ ਵੀ ਇਹਨਾਂ ਨੇ ਮੰਗਿਆ ਕਿ ਸਾਨੂੰ ਘੱਟੋ ਘੱਟ ਇੰਨਾ ਹੀ ਦੇ ਦਿਓ। ਵੈਸੇ ਇਹਨਾਂ ਕੋਲੇ 1500 ਕਰੋੜ ਦਾ ਆਰਡਰਸ ਆ, ਬੜੇ ਵੱਡੇ ਵੱਡੇ ਆਰਡਰਸ ਨੇ, ਜਿਸ ਤਰ੍ਹਾਂ ਕਿ ਮਿਨਿਸਟਰੀ ਆਫ ਡਿਫੈਂਸ, ਉਹਨਾਂ ਦੇ ਵੀ ਆਰਡਰਸ ਇਹਨਾਂ ਕੋਲੇ ਆ, ਰੇਲਵੇਜ਼ ਦੇ ਆਰਡਰ ਇਹਨਾਂ ਕੋਲੇ ਆ, ਕੋਲ ਇੰਡੀਆ
ਉਹਨਾਂ ਦੇ ਆਰਡਰਸ ਇਹਨਾਂ ਕੋਲੇ ਆ। ਸਟੀਲ ਸੈਕਟਰ ਆ ਜਿਹੜਾ, ਉਸ ਦੇ ਆਰਡਰਸ ਇਹਨਾਂ ਕੋਲੇ ਆ, ਪਰ ਇਹਨਾਂ ਵਿੱਚੋਂ 80% ਆਰਡਰਸ ਬਣਾਏ नहीं जा सकते, पूरे नहीं किए जा सकते, क्योंकि इस कॉरपोरेशन कोले वर्किंग कैपिटल भी है नहीं, पैसा ही है नहीं। बड़ियां इन्होंने चिट्ठियां लिखियां मिनिस्ट्री ऑफ हैवी इंडस्ट्रीज, उस दे अधीन ये कॉरपोरेशन आउंदी आ। कॉरपोरेशन ये पब्लिक सैक्टर यूनिट आ, सरकारी अदारा। इन्होंने मिनिस्ट्री ऑफ हैवी इंडस्ट्री नूं लिखिया, पर उन्होंने मना करता, बल्कि इन्होंने इत्थों तक कहा सी कि घट्टो घट्ट जे होर नहीं तो सानू 1000 करोड़ रुपया ही दे दो। इन्हों वो भी नहीं मिलिया। तो तुसी अंदाज़ा ला लो, जो मैं पिछली बारी गल कर रहा सी, तुहानूं दस्सिया सी कि पिछले दिनों के विच कंट्रोलर ऑडिटर जनरल ऑफ इंडिया ने जदों साडी एक सड़क की गल की सी, जदों द्वारका एक्सप्रैस की गल की सी, तो उन्होंने कहा सी कि एक 18 करोड़ प्रति किलोमीटर की सड़क नूं 250 करोड़ की बनाया गया, 1 किलोमीटर 250 करोड़। तो जे तुसी चंद्रयान का ला लो, जिस तरह की जी गल मैं पहला करके हटिया, तो 2 किलोमीटर की रोड चो पैसा निकले आउंदा। तो जे इन्हां दा पैसा होवे तो वध तो वध 4 किलोमीटर का। उत्थे सारियां धांधलियां हो रही ने। एक मेरी नहीं, कैग की रिपोर्ट आ, कंट्रोलर ऑडिटर जनरल ऑफ इंडिया, उन्होंने ये रिपोर्ट दी सी और इस सरकार के विरुद्ध दी सी। खैर अगे चलते हैं। हुणे हुणे एक जिहड़े साबका इसरो के चेयरमैन सी, जिन्हों का नाम जी माधवन नायर आ, उन्हों का नाम, ये रिटायर हो चुके हैं, साबका ने, इसरो के चेयरमैन ने। इन्होंने बल्कि ये गल कही आ, कहते साडे साइंटिस्ट नूं, साडे कर्मचारियों नूं, अधिकारियों नूं दुनिया के जिहड़े सारे डेवलप्ड मुल्क ने, पूरे जिहड़े विकसित देश ने, उन्हां तों सानूं एक पंजवां हिस्सा भी सानूं तनख्वाहां नहीं मिलदियां। 1/5 ऑफ सैलरी साडियां नहीं आ, लेकिन इस दे बावजूद भी साडे अंदर जज्बा काम करन दा। बिल्कुल ठीक आ, ये जज्बे नाल ही काम होई जांदा। दूसरे पासे इन्होंने ये भी गल कही, माधवन नायर ने, कहंदे जिहड़े असीं मिशन बनाउने आ, या कोई भी, चाहे वो स्पेस का मिशन आ, चाहे वो मार्स का, चाहे वो मून का, ये सारियां जिहड़ियां साडियां एक्सप्लोर करदे आ, असीं स्पेस एक्सप्लोर करदे आ, असी कोशिश हुंदी है कि इनू घट तो घट कीमत ते बनाइए, लो कॉस्ट साडे जिहड़े प्रोजैक्ट्स ने वो लो कॉस्ट होण, उन्हां दे उत्ते पैसा ना लगे, क्योंकि साडे कोल पैसा ही नहीं है। तीसरी गल वो कहंदे आ कि ये जिहड़े साडे प्रोजैक्ट्स बनदे ने, ये 50 तो 60% कॉस्ट इफैक्टिव इस करके दूसरे मुल्कां नालों घट कॉस्ट दे हुंदे ने, 50 तो 60%। सो ये कारण इन्होंने साबका चेयरमैन ने दस्सिया। और जिस तरह मैं तुहानूं पहले भी दस्सिया, तनख्वाहां का तो खैर उन्होंने जिक्र कर ही दिता, बल्कि उन्होंने ये भी कहा कि साडे कोई साइंटिस्ट मिलीनियर्स नहीं आ, उन्होंने कोई पब्लिसिटी नहीं मिलती, ना ही उन्होंने कोई मशहूरियां उन्होंने बोर्ड से या बिल बोर्ड से कोई फोटोआं लाउंदा, पिछे रह के परदे दे वो काम करते हैं, तो जिहड़ा उन्हां दा काम हुंदा फिर पूरी दुनिया देखती है। फेक न्यूज़ या झूठियां खबरां, झूठियां खबरां या फेक न्यूज़ इन्हां नूं फैलाउणा ये जुर्म तो है ही आ, पर इस दे नाल आम लोगों का बहुत नुकसान हुंदा, और वो नुकसान इन्ना क ज़्यादा हुंदा, कई बारी इस नाल फिरकू दंगे तक भड़क सकते हैं, ये आपां नूं सारिआं नूं पता। सो इस करके मीडिया की, खास तौर पर मेन स्ट्रीम मीडिया की होर भी वड्डी जिम्मेवारी बन जाती है कि वो इस तरह दी खबरां नूं ना लावे। सोशल मीडिया ते अक्सर देखते हैं कि बहुत सारिया फेक न्यूज़ तुरियां फिरदियां ने, बाद दे विच पता लगता कि वो सारे दियां सारियां झूठियां ने। पर उदों की होगा जो मेन स्ट्रीम मीडिया जिहड़े वड्डे अखबार ने, वड्डे न्यूज़ चैनल ने, उही इस तरह करन लग जाण। दैनिक जागरण एक बहुत ज़्यादा पढ़िया जाना वाला अखबार है, ये तुहानूं पता ही है, हिंदी का अखबार, और 22 अगस्त नूं इसने अपने पहले पन्ने ते फ्रंट पेज ते लीड स्टोरी यानी कि पहली खबर सुर्खी लाती कि भारत ने पाकिस्तान ते फेर कीती सर्जिकल स्ट्राइक। सुन के पूरी दुनिया दे विच एक खबर फैल गई, और इनू खबर नूं करन वाले मैं पत्रकार का नाम भी दस दिना, गगन कोहली नाम का एक पत्रकार सी दैनिक जागरण का। जदों ये खबर पहुंची भारत सरकार कोले भी पहुंची, सब तो पहला तो जी प्रैस इनफॉर्मेशन ब्यूरो आ PIB, जिहड़ी इस भारत सरकार नाल जुड़ी आ, उसने इस खबर का खंडन किया और उन्हें अपने फैक्ट चैक किए, कहते इस तरह की कोई गल नहीं हुई। उस तो बाद इंडियन आर्मी ने उन्होंने भी कहा कि ये सारे दे सारा जी खबर आ
ये बिल्कुल किस्सा जिहड़ा ये झूठा, इस तरह की कोई गल नहीं हुई, कोई सर्जिकल स्ट्राइक नहीं हुई, बल्कि बाद दे विच एक गल ये भी पता लगी कि दो घुसपैठिए ये पुंछ दे जम्मू कश्मीर के उस सैक्टर तो LOC क्रॉस करके कोशिश कर रहे सी, LOC लाइन ऑफ कंट्रोल जिन्होंने आप कहने आ, उस दौरान उत्थे जिहड़ियां फोर्सेस सी उन्होंने इन्हां नूं मार गिराया या इन्हां दी नाल जो भी आपस दे विच मुठभेड़ हुंदी है उहदे विच ये दोने मारे जांदे ने। गल तां केवल ते केवल इन्नी सी। और तुसीं देखो इस अखबार ने दैनिक जागरण ने ये खबर किसी अपनी एक एडिशन च नहीं लाई, पूरे भारत दे एडिशन, क्योंकि काफ़ी पढ़िया जाने वाला अखबार आ, पूरे भारत दे एडिशन दे विच ये खबर गई आ। उस तो बाद जाके फिर इस खबर का खंडन किया गया, पर अज तक इस अखबार ने अपनी जिम्मेवारी नहीं समझी कि इस खबर ते वो माफ़ी मंगे। कई इस तरह की उदाहरण ने, किसी दिन आप गल करांगे जो अखबारों को माफ़ियां मंगनियां पईयां, कई बारी उन्होंने जिहड़ी जानकारी है वो सही नहीं आती। पर कला यही एक इंसीडेंट नहीं आ। सुदर्शन न्यूज़ TV ये एक न्यूज़ चैनल आ, तुसीं अक्सर इसनूं TV ते वेखदे होवोगे। इसने भी पिछले दिनों के विच एक इस तरह का ट्वीट करता सी या इस तरह की एक खबर चलाती सी, कहते कि जिहड़े गुड़गांव के पुलिस कमिश्नर ने, हुण गुड़गांव की मैं गल इस करके कर रहा कि पिछले दिनों के विच नूह दे विच गुड़गांव दे विच आपां नूं सारिआं नूं पता हिंसा फैली हुई सी, बल्कि उत्थे फिरकू हिंसा फैली हुई सी। और उस गल की निखेधी पूरी दुनिया भर दे विच, पूरे भारत दे विच भी हो रही सी। इस दौरान ये चैनल एक ट्वीट करता, बल्कि इन्हां दा एक एडिटर आ, रेजिडेंट एडिटर जिन्हों कहने आ, जिहदा नाम है मुकेश कुमार। वो एक ट्वीट करता कि जिहड़ी गुड़गांव की पुलिस कमिश्नर आ, जिहदा नाम है कला रामचंद्रन, कला रामचंद्र नूं फोन आउंदे आ अल जजीरा TV तो, न्यूज़ चैनल तो। अल जजीरा भी तुहानूं पता एक इंटरनेशनल चैनल आ। वो कहंदे जिहड़ा अल जजीरा चैनल आ वो इन्हां ते दबाव पा रहा कि तुसीं जाके जिहड़े हिंदू लोग ने या हिंदू भाईचारे तो ने उन्हां नूं जाके फड़ो। तो ये इस करके उन्हां सारे हिंदुआं नूं फड़ रहा, क्योंकि तुहानूं याद होना कि इस दे विच जिन्हां दिनां दे विच एक यात्रा कढ़ी गई सी, उहदे विच बहुत सारे हिंदू जथेबंदियां सी और उन्हां ते इल्ज़ाम भी लगे सी कि वो फिरकू हिंसा फैला रहे ने। इस नूं लैके देखो ये जिहड़ा चैनल सी ये दुखी हो गया, इहनूं लग्या कि हिंदू भाईचारे दे लोकां नूं क्यों फड़िया जा रहा, तो उन्हें इस तरह का ट्वीट करता। बाद दे विच तुसीं देखो इस मुकेश कुमार नूं जिहड़ा रेजिडेंट एडिटर सी सुदर्शन न्यूज़ TV का, इनू गुड़गांव पुलिस ने गिरफ्तार कर लिया। जदों गिरफ्तार कर लिया तो फिर भी इस तो बर्दाश्त नहीं होया, तो थोड़े दिनों बाद ही हरियाणे की सरकार ने उत्थे कई तरह के तबादले करते और ये जिहड़ी गुड़गांव की कमिश्नर सी, जिहदा नाम तुहानूं मैं पहले भी दस्सिया, गुड़गांव की पुलिस कमिश्नर कला रामचंद्रन, इहदा भी तबादला कर दिता गया। तो तुसीं देखो ये जिहड़ा सुदर्शन TV वाला ये फिर ट्वीट करता, कहंदा देखो जी ये साडे दबाव करके ही इस पुलिस कमिश्नर का जिहड़ा तबादला होया या ट्रांसफर हुई आ, ते सानू CM जिहड़े हरियाणे के CM ने, चीफ मिनिस्टर ने मनोहर लाल खट्टर, उन्हां ते बड़ा माण आ, बड़ा प्राउड आ। हुण तुसीं आप देखो, ये तुहानूं मैं उदाहरण इस करके दे रहा कि किस तरह मीडिया जदों सरकारां इहो जिहे मीडिया की गल सुणदियां या इन्हां दे कहण ते, हालांकि बाद दे विच हरियाणा सरकार ने गल स्पष्ट की कि ये तो रूटीन दीआं ट्रांसफरस ने, ये तो होनी ही सी, इहदे नाल उन्हां दा कोई संबंध नहीं आ। पर जिहड़े लोकां नूं अंदरली गल पता वो सारा कुछ ये समझदे ने। भूपेश बघेल ये छत्तीसगढ़ के मुख मंत्री ने। बीते कल इन्होंने एक प्रेस कॉन्फ्रेंस की है और जिस विच ED काम किस तरह करती है, एनफोर्समेंट डायरैक्टरेट ये किस तरह डरा के, धमका के, खौफ पैदा करके लीडर्स नूं डराउंदी आ और किस तरह जिहड़ियां सरकारां विरोधी धिर दीआं सरकारां चलदियां उस नूं काम किवें नहीं करन देना, वो कहंदे तुसीं ED तो सीखो। इन्होंने बल्कि और आपां नूं ये भी नहीं भुलना चाहिए कि छत्तीसगढ़ दे विच लगभग 2-3 महीने बाद चोणां ने और उत्थे भारतीय जनता पार्टी की हालत कोई ज़्यादा वधिया नहीं आ, बल्कि इन्नी कि खराब आ कि उन्होंने उत्थे कोई लीडर नहीं लभ रहा। ਜਿਹੜੇ ਉਹਨਾਂ ਦੇ पुराने मुख मंत्री सी रमन सिंह, उन्होंने उस तरह साइडलाइन किया होया जिस तरह वसुंधरा राजे नूं राजस्थान दे विच कीता होया। सो इस करके जिन्नी देर तक ED या इनकम टैक्स वर्गियां एजेंसियां उतों की सरकार नूं डराउंदियां नहीं, धमकाउंदियां नहीं या डिस्टर्ब नहीं करदियां,
ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਨਹੀਂ ਕਿ ਉਹਨਾਂ ਦਾ ਕੋਈ ਉੱਥੇ ਚਾਂਸ ਆ। ਇਹੀ ਗੱਲ ਦਾ ਖੁਲਾਸਾ ਕੱਲ ਕਰ ਰਹੇ ਸੀ, ਬਲਕਿ ਉਹਨਾਂ ਨੇ ਇਸ ਤੋਂ ਵੀ ਵੱਡੇ ਖੁਲਾਸੇ ਕੀਤੇ ਭੁਪੇਸ਼ ਬਘੇਲ ਨੇ। ਕਹਿੰਦੇ ਅੱਜ ਮੈਂ ਤੁਹਾਨੂੰ ਦੱਸਦਾ ਕਿ ਇਹ ਕੰਮ ਕਿਸ ਤਰ੍ਹਾਂ ਕਰਦੇ ਆ। ਸਾਡੇ ਇੱਥੇ ਕਹਿੰਦੇ ਆ ਕਿ ਤੁਹਾਡੇ ਇੱਥੇ ਸ਼ਰਾਬ ਘੁਟਾਲਾ, ਤੁਹਾਡੇ ਇੱਥੇ ਮਾਈਨਿੰਗ ਦਾ ਜਾਂ ਜਿਹੜਾ ਕੋਲੇ ਦੀਆਂ ਖਾਨਾਂ ਦਾ ਘੁਟਾਲਾ, ਜਾਂ ਇੱਥੇ ਕਹਿੰਦੇ ਪੈਡੀ ਝੋਨੇ ਦਾ ਜਿਹੜਾ ਤੁਸੀਂ ਪੈਸੇ ਦਿੱਤੇ ਨੇ ਕਿਸਾਨਾਂ ਨੂੰ ਉਹਦਾ ਘੁਟਾਲਾ। ਕਹਿੰਦੇ ਜੇ ਘੁਟਾਲਾ ਤਾਂ ਫਿਰ ਆ ਕੇ ਉਹਨਾਂ ਨੂੰ ਫੜ ਲਓ। ਇਹ ਸਾਨੂੰ ਜਿਹੜਾ ਤੁਸੀਂ ਬਾਰ-ਬਾਰ ਬੁਲਾ ਕੇ ਕਿਸ ਤਰ੍ਹਾਂ ਕਹਿੰਦੇ ਮੇਰੇ ਜਿਹੜੇ ਐਡਵਾਈਜ਼ਰਸ ਨੇ, ਮੇਰੇ OSDs ਨੇ, ਮੇਰੇ ਖਾਸ ਅਫਸਰ ਨੇ, ਉਹਨਾਂ ਦੇ ਘਰੇ ਇਹ 150-150 200 ਬੰਦਿਆਂ ਦੀ ਟੀਮ ਪਹੁੰਚ ਜਾਂਦੀ ਆ। ਸਭ ਤੋਂ ਪਹਿਲਾਂ ਉਹਨਾਂ ਦੇ ਮੋਬਾਈਲ ਫੜ ਲੈਂਦੇ ਨੇ, ਸਾਰੇ ਘਰ ਨੂੰ ਬੰਦ ਕਰ ਦਿੰਦੇ ਨੇ, ਇੱਥੋਂ ਤੱਕ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਉਹਨਾਂ ਨੂੰ, ਜੇ ਉਹ ਬਿਮਾਰ ਵੀ ਆ, ਉਹਨਾਂ ਨੂੰ ਬਾਹਰ ਤੱਕ ਨਹੀਂ ਜਾਣ ਦਿੰਦੇ। ਇੰਨਾ ਖੌਫ ਪੈਦਾ ਕਰ ਦਿੰਦੇ ਨੇ ਔਰ ਕਈ ਦਿਨ यानी कि 5-5 6-6 दिन या हफ्ता बैठे रहते ने जिन्नी देर तक इन्हों उपरों फोन नहीं आता। कर क्या रहे हैं? कर ये रहे हैं कि ये घरों में जाते हैं, सबसे पहले मोबाइल जब्त करते हैं, फिर घर में जो संपत्ति है, जो रुपया नगद है, ज्वेलरी है, उसको सीज करते हैं, बैंक खाते सीज करते हैं, डायरी वगैरह भी हो या कुछ कच्चे में लिखा हुआ हो, सबको पकड़ते हैं। 5-6 दिन तक के घर में बंधक बना कर रखते हैं। चाहे वो वृद्ध माता पिता हो, बीमार हो, उनसे कोई लेना देना नहीं, बैठे रहेंगे। तो सवाल तो इनके पास होते नहीं, और जब तक के ऊपर से आदेश नहीं होगा तब तक खाली नहीं करते। फिर वो राजनीतिक सवाल करना शुरू करते हैं, तुम्हारी क्या भूमिका है, तुम किस पार्टी से हो, तुम कितने सीट जीतने वाले हो, इससे क्या होगा, उससे क्या होगा। वो सारे राजनीतिक सवाल ही पूछना शुरू करते हैं। फिर ये अगली गल की कहते हैं, भुपेश बघेल कहते हैं कि जो इन्हों कुछ लभदा नहीं, ना कोई गहने लभदे ने, ना कोई नकदी लभदी आ, ना इस तरह की कोई चीज़ लभदी है जिसते ये किंतु परंतु कर सकन। फिर ये उस व्यक्ति नाल जिहदे घरे इन्होंने छापा मारिया हुंदा, फिर ये उस नाल पोलीटिकल गल तोरदे आ। फिर उन्होंने पुछते ने तू किहड़ी पार्टी च आ, तू किहदे नाल आ, तू भारतीय जनता पार्टी दे नाल आके क्यों नहीं जुड़ जांदा। तमाम तरह के उन्होंने झांसे दिंदे ने, यानी कि ईडी नूं बतौर एक पोलीटिकल टूल वजों वरतिया जांदा। सो ये गल्लां तां पहलां भी उजागर हो चुकियां ने। जदों उत्थे पत्रकारां ने पुछया कि जिहड़ी तुसीं कोले दीआं खानां दी गल करदे हो, उस लई तुहाडे ते इह क्यों छापे मार रहे ने, तो इत्थों तक भुपेश बघेल ने कहा कि दरअसल कुछ जिहड़े भारती सरकार आ, भारतीय जनता पार्टी आ, इन्हां दे कुछ व्यापारी मित्र ने, वो इत्थे खाना लेना चाहुंदे ने, इत्थे माइनिंग करना चाहुंदे आ, पर उन्हां दा खेड इसलिए खराब हो गया क्योंकि साडी सरकार यानी कि कांग्रेस की सरकार आ गई, या झारखंड दे विच भी किसी होर पार्टी की सरकार आ गई, उत्थे भारतीय जनता पार्टी की सरकार बनी नहीं, इस करके सानूं तंग करदे आ। ते फिर जो पत्रकारों ने इन्होंने पूछा कि वो इन्हां दा मित्र है कौन आ, तो भुपेश बघेल कहते मैं ना तो लैदा पर तुसीं लिखना नहीं। कोयला घोटाले में जिसके लिए वो काम करते थे उसके बारे में लिख के भी दिया, वो कॉपी है मेरे पास, लेकिन आज तक उसे पूछा नहीं गया है, क्योंकि मैं नाम बताऊंगा तो छपे हुए भी नहीं, मैं जानता हूं, इसलिए केवल इतना ही बोल रहा हूं। अपने मित्रों को लाभ नहीं पहुंचा पा रहे हैं, इस कारण से ईडी आईटी का छापा लगातार पड़ रहा है। तुसीं लिखण तो डरदे हो, मैनू ना लैण दे विच किसी तरह का कोई इतराज़ नहीं है। ये गल्लां तुसीं देखो खुलासे, ते मैनू फिर संजय राउत भी आ जांदे ने महाराष्ट्र दे, ਉਹ शिवसेना के MP उद्धव ठाकरे की पार्टी के MP जिन्हां नूं ईडी फड़ के लै गई सी, और बाद दे विच 3 महीने वो जेल च रहे सी, ते बाद दे विच कोर्ट ने कहा सी कि संजय राउत की गिरफ्तारी बिल्कुल गैर कानूनी आ, इन्हां नूं फड़िया नहीं सी जाना चाहिए। अनिल देशमुख ये महाराष्ट्र के गृह मंत्री सी, होम मिनिस्टर सी, इन्हां नूं भी फड़ के लै गए सी। इन्हां ने इत्थों तक दस्सिया सी कि ईडी आके बच्चियां तंग नूं तंग करदी आ, बच्चों नूं फड़ के झंझोड़दी आ, उन्हां नूं डराउंदी आ कि दसो तुहाडे घर कौन आया सी, किहड़ी चीज़ कित्थे पई आ, ते बच्चे जदों रोण लग जांदे ने ते वो जिहड़ा व्यक्ति हुंदा जिहदे घरे रेड पई हुंदी आ, ਉਹਦੇ फैमिली मैंबर किस तरह डर जाते हैं, किस तरह पसीज जाते हैं, इसका अंदाज़ा तुसीं बेहतर ला सकते हो। ईडी दी मैं तुहानूं थोड़ी जी गल जरूर दसूँगा कि जिहड़ी ये बड़ी सक्सैसफुल होई फिरदी है, अपने आप नूं समझदी है कि पूरे भारत दे विच जो करना चाहे ये कर सकती है। वैसे तो एक होर मूव चल पई आ,
ਭਾਰਤ ਸਰਕਾਰ ਦੀ ਪਤਾ ਇਹ ਲੱਗ ਰਿਹਾ ਕਿ ਸੰਜੇ ਮਿਸ਼ਰਾ ਜਿਨ੍ਹਾਂ ਨੇ 15 ਸਤੰਬਰ ਤੱਕ ਰਿਟਾਇਰ ਹੋ ਜਾਣਾ ਜਾਂ ਉਹਨਾਂ ਦਾ ਇਹ ਟਰਮ ਪੂਰੀ ਹੋ ਜਾਣੀ ਆ, ਕਿਉਂਕਿ ਉਹ ਵੀ ਸੁਪਰੀਮ ਕੋਰਟ ਤੋਂ ਮਿੰਨਤਾਂ ਕਰਕੇ ਇਹਨਾਂ ਨੂੰ 15 ਸਤੰਬਰ ਤੱਕ ਰੱਖਿਆ। ਇਹਨਾਂ ਨੂੰ ਹੁਣ ਇਹਨਾਂ ਲਈ ਇੱਕ ਖਾਸ ਪੋਸਟ ਕ੍ਰੀਏਟ ਕੀਤੀ ਜਾ ਰਹੀ ਆ ਜਿਸ ਦਾ ਨਾਮ ਹੈ ਚੀਫ ਇਨਵੈਸਟੀਗੇਸ਼ਨ ਆਫੀਸਰ ਆਫ ਇੰਡੀਆ, ਔਰ ਇਹਨਾਂ ਦੇ ਅਧੀਨ CBI ਵੀ ਹੋਊਗੀ ਤੇ ਨਾਲ ਦੀ ਨਾਲ ED ਵੀ ਹੋਊਗੀ। ਕਾਰਨ ਇਹ ਆ ਕਿ ਸ਼ਾਇਦ ਹੋ ਸਕਦਾ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੀ ਨਹੀਂ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਇਸ ਤੋਂ ਕੋਈ ਕਾਬਲ ਬੰਦਾ ਹੋਰ ਵੀ ED ਦਾ ਡਾਇਰੈਕਟਰ ਜਾਂ ਕੋਈ ਚੀਫ ਇਨਵੈਸਟੀਗੇਸ਼ਨ ਆਫੀਸਰ ਹੋ ਸਕਦਾ। ਖੈਰ, ਮੈਂ ਤੁਹਾਨੂੰ ED ਬਾਰੇ ਦੱਸਣ ਲੱਗਾ ਸੀ ਕਿ ਪਿਛਲਾ ਟਰੈਕ ਰੈਕਡ ਪਿਛਲੇ 18 ਸਾਲਾਂ ਦਾ ਸਨ 2005 ਤੋਂ ਬਾਅਦ ਇਹਨਾਂ ਨੇ ਲਗਭਗ 6000 ਤੇ ਜੇ ਪੂਰੇ ਸੁਣੋ 5906 ਕੇਸ ਇਹਨਾਂ ਨੇ ਦਰਜ ਕੀਤੇ ਤੇ ਇਹਨਾਂ ਦੇ ਵਿੱਚੋਂ ਚਾਰਜ ਸ਼ੀਟ ਜਿਹੜੀ ਫਾਈਲ ਕੀਤੀ ਹੈ, ਚਲਾਨ ਜਿਹਨੂੰ ਅਸੀਂ ਕਹਿੰਦੇ ਆ, ਉਹ ਕੇਵਲ 1142 ਕੇਸਾਂ 'ਚ ਕੀਤੀ ਆ। ਤੇ ਜੇ ਤੁਸੀਂ ਇਹ ਸੁਣਨਾ ਚਾਹੋ, ਇਹ ਲਗਭਗ 6000 ਕੇਸਾਂ ਦੇ ਵਿੱਚੋਂ ਫਾਈਨਲੀ ਜਿਹਨੂੰ ਅਸੀਂ ਕਹਿੰਦੇ ਹਾਂ ਲੌਜੀਕਲ ਕਨਕਲੂਜਨ ਤੇ ਕਿੰਨੇ ਕੇਸ ਪਹੁੰਚੇ ਤੇ ਕੇਵਲ 25। ਇਹ ਕੇਵਲ 0.42% ਦੀ ਸਕਸੈਸ ਰੇਟ ਆ ਇਹਨਾਂ ਦਾ। ਇਹ ਚਾਹੇ ਬਾਕੀ ਜੋ ਮਰਜ਼ੀ ਕਹੀ ਜਾਣ ਕਿ ਸਾਡਾ 95% ਸਾਡਾ ਜਿਹੜਾ 96% ਸਕਸੈਸ ਰੇਟ ਆ, ਇਹ ਅੰਕੜੇ ਸਹੀ ਨਹੀਂ ਆ। ਸੋ ਇਹ ਅੰਕੜੇ ਵੀ ਪਿਛਲੇ ਦਿਨਾਂ ਦੇ ਵਿੱਚ ਪੇਸ਼ ਕੀਤੇ ਗਏ। ਸੋ ਹੁਣ ਜੋ ਭੁਪੇਸ਼ ਬਘੇਲ ਕਹਿ ਰਹੇ ਆ, ਉਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਚਾਹੇ ਮੈਨੂੰ ਜੇਲ੍ਹ 'ਚ ਸੁੱਟ ਦਿਓ, ਚਾਹੇ ਮੇਰੇ ਸਾਥੀਆਂ ਨੂੰ ਜੇਲ੍ਹ 'ਚ ਸੁੱਟ ਦਿਓ, ਜੋ ਕਰਨਾ ਕਰ ਲਓ, ਅਸੀਂ ਡਟ ਕੇ ਲੜਾਂਗੇ ਤੇ ਜੇ ਹੋ ਸਕਦਾ ਜੇਲ੍ਹ 'ਚੋਂ ਹੀ ਤੁਹਾਨੂੰ ਇਲੈਕਸ਼ਨ ਲੜ ਕੇ ਦਿਖਾਵਾਂਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।